ਉਤਪਤ ਅਧਿਆਇ 4। ਤਦ ਆਦਮ ਨੇ ਆਪਣੀ 30ਵੀਂ ਹਵਾ ਨਾਲ ਸੰਗ ਕੀਤਾ ਅਤੇ ਉਹ ਗਰਭਣੀ ਹੋਈ ਅਤੇ ਕਾਇਨ ਨੂੰ ਜਣੀ। ਤਾਂ ਉਹਨੇ ਆਖਿਆ ਕਿ ਮੈਂ ਇੱਕ ਮਨੁੱਖ ਯਹੋਵਾ ਕੋਲੋਂ ਪ੍ਰਾਪਤ ਕੀਤਾ। ਫਿਰ ਉਹ ਉਸਦੇ ਭਰਾ ਹਾਬਲ ਨੂੰ ਜਣੀ, ਔਰ ਹਾਬਲ ਇੱਜੜਾਂ ਦਾ ਪਾਲੀ ਸੀ ਅਤੇ ਕਾਇਨ ਜ਼ਮੀਨ ਦਾ ਹਾਲੀ ਸੀ। ਕੁਝ ਦਿਨਾਂ ਦੇ ਮਗਰੋਂ ਐਂ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾ ਦੀ ਭੇਂਟ ਲਈ ਕੁਝ ਲੈ ਆਇਆ। ਹਾਬਲ ਵੀ ਇੱਜੜ ਦੇ ਪਲੋਟੀਆਂ ਔਰ ਉਹਨਾਂ ਦੀ ਚਰਬੀ ਤੋਂ ਕੁਝ ਲੈ ਆਇਆ ਅਤੇ ਯਹੋਵਾ ਨੇ ਹਾਬਲ ਨੂੰ ਔਰ ਉਹਦੀ ਭੇਂਟ ਨੂੰ ਪਸੰਦ ਕੀਤਾ, ਪਰ ਕਾਇਨ ਔਰ ਉਹਦੀ ਭੇਂਟ ਨੂੰ ਪਸੰਦ ਨਾ ਕੀਤਾ। ਸੋ ਕਾਇਨ ਬਹੁਤ ਕ੍ਰੋਧਵਾਨ ਹੋਇਆ ਔਰ ਉਹਦਾ ਮੂੰਹ ਉਤਰ ਗਿਆ। ਤਾਂ ਯਹੋਵਾ ਨੇ ਕਾਇਨ ਨੂੰ ਆਖਿਆ, ਤੂੰ ਕਿਉਂ ਕ੍ਰੋਧਵਾਨ ਹੈ ਅਤੇ ਤੇਰਾ ਮੂੰਹ ਨੀਵਾਂ ਕਿਉਂ ਹੋ ਗਿਆ? ਜੇ ਤੂੰ ਭਲਾ ਕਰੇ ਕਿ ਉਹ ਉਤਾਹ ਨਾ ਕੀਤਾ ਜਾਵੇ, ਜੇ ਤੂੰ ਭਲਾ ਨਾ ਕਰੇ ਤਾਂ ਪਾਪ ਬੂਹੇ ਉੱਤੇ ਛੇ ਵਿੱਚ ਬੈਠਾ ਹੈ ਅਤੇ ਉਹ ਤੈਨੂੰ ਲੋਚਦਾ ਹੈ, ਪਰ ਤੂੰ ਉਹਦੇ ਉੱਤੇ ਪ੍ਰਬਲ ਹੋ। ਫਿਰ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ ਅਤੇ ਤਦ ਉਹ ਖੇਤ ਵਿੱਚ ਸਨ। ਤਾਂ ਐਂ ਹੋਇਆ ਕਿ ਕਾਇਨ ਨੇ ਆਪਣੇ ਭਰਾ ਹਾਬਲ ਦੇ ਵਿਰੋਧ ਉੱਠ ਕੇ ਉਹਨੂੰ ਮਾਰ ਸੁੱਟਿਆ। ਤਾਂ ਯਹੋਵਾ ਨੇ ਕਾਇਨ ਨੂੰ ਆਖਿਆ, ਤੇਰਾ ਭਰਾ ਹਾਬਲ ਕਿੱਥੇ ਹੈ? ਉਸਨੇ ਆਖਿਆ, ਮੈਂ ਨਹੀਂ ਜਾਣਦਾ, ਭਲਾ ਮੈਂ ਆਪਣੇ ਭਰਾ ਦਾ ਰਾਖਾ ਹਾਂ। ਫਿਰ ਉਸਨੇ ਆਖਿਆ ਕਿ ਤੈਂ ਕੀ ਕੀਤਾ? ਤੇਰੇ ਭਰਾ ਦੇ ਲਹੂ ਦੀ ਆਵਾਜ਼ ਜ਼ਮੀਨ ਵੱਲੋਂ ਮੇਰੇ ਅੱਗੇ ਦੁਹਾਈ ਦਿੰਦੀ ਹੈ। ਹੁਣ ਤੂੰ ਜ਼ਮੀਨ ਤੋਂ ਜਿਹਨੇ ਆਪਣਾ ਮੂੰਹ ਤੇਰੇ ਭਰਾ ਦੇ ਲਹੂ ਨੂੰ ਤੇਰੇ ਹੱਥੋਂ ਲੈਣ ਲਈ ਖੋਲਿਆ ਹੈ, ਸ਼ਰਾਬੀ ਹੋਇਆ। ਜਾਂ ਤੂੰ ਜ਼ਮੀਨ ਦੀ ਵਾਹੀ ਕਰੇਗਾ ਤਾਂ ਉਹ ਤੇਰੇ ਲਈ ਆਪਣੀ ਪੂਰੀ ਫਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਭਗੌੜਾ ਔਰ ਪੌਂਦ ਹੋਵੇਗਾ। ਤਾਂ ਕਾਇਨ ਨੇ ਯਹੋਵਾ ਨੂੰ ਆਖਿਆ ਕਿ ਮੇਰਾ ਦੰਡ ਸਹਿਣ ਤੋਂ ਬਾਹਰ ਹੈ। ਵੇਖ, ਤੈਂ ਅੱਜ ਮੈਨੂੰ ਇਸ ਜ਼ਮੀਨ ਦੇ ਉੱਤੇ ਦੁਰਗਾਰ ਦਿੱਤਾ ਔਰ ਮੈਂ ਤੇਰੇ ਮੂੰਹੋਂ ਲੁਕ ਜਾਵਾਂਗਾ ਔਰ ਮੈਂ ਧਰਤੀ ਉੱਤੇ ਭਗੌੜਾ ਔਰ ਪੌਂਦ ਹੋਵਾਂਗਾ। ਅਤੇ ਐਂ ਹੋਵੇਗਾ ਕਿ ਜੇ ਕੋਈ ਮੈਨੂੰ ਲੱਭੇਗਾ ਉਹ ਮੈਨੂੰ ਵੱਢ ਸੁੱਟੇਗਾ। ਤਦ ਯਹੋਵਾ ਨੇ ਉਹਨੂੰ ਆਖਿਆ ਕਿ ਇਸ ਲਈ ਜੋ ਕੋਈ ਕਾਇਨ ਨੂੰ ਵੱਢੇ ਉਸ ਤੋਂ 7 ਗੁਣਾ ਬਦਲਾ ਲਿਆ ਜਾਵੇਗਾ। ਅਤੇ ਯਹੋਵਾ ਨੇ ਕਾਇਨ ਲਈ ਇੱਕ ਨਿਸ਼ਾਨ ਠਹਿਰਾਇਆ ਤਾਂ ਜੋ ਕੋਈ ਉਹਨੂੰ ਲੱਭ ਕੇ ਨਾ ਮਾਰ ਸੁੱਟੇ। ਜੋ ਕਾਇਨ ਯਹੋਵਾ ਦੇ ਹਜ਼ੂਰੋਂ ਚਲਿਆ ਗਿਆ ਔਰ ਅਦਨ ਦੇ ਚੜ੍ਹਦੇ ਪਾਸੇ ਨੋਦ ਦੇਸ਼ ਵਿੱਚ ਜਾ ਵਸਿਆ। ਅਤੇ ਕਾਇਨ ਨੇ ਆਪਣੀ 30ਵੀਂ ਨਾਲ ਸੰਗ ਕੀਤਾ ਔਰ ਉਹ ਗਰਭਣੀ ਹੋਈ ਅਤੇ ਔਰ ਹਨੋਕ ਨੂੰ ਜਣੀ। ਅਤੇ ਉਸਨੇ ਇੱਕ ਨਗਰ ਬਣਾਇਆ ਔਰ ਉਸਨੇ ਉਸ ਨਗਰ ਦੇ ਨਾਂ ਨੂੰ ਆਪਣੇ ਪੁੱਤਰ ਦੇ ਨਾਂ ਉੱਤੇ ਹਨੋਕ ਰੱਖਿਆ। ਹਨੋਕ ਤੋਂ ਇਰਾਦ ਜੰਮਿਆ ਔਰ ਇਰਾਦ ਤੋਂ ਮਹੂਯਾਏਲ ਜੰਮਿਆ ਔਰ ਮਹੂਯਾਏਲ ਤੋਂ ਮਤੂਸਾਏਲ ਜੰਮਿਆ ਔਰ ਮਤੂਸਾਏਲ ਤੋਂ ਲਾਮਕ ਜੰਮਿਆ। ਲਾਮਕ ਨੇ ਆਪਣੇ ਲਈ 2 ਤੀਵੀਆਂ ਕੀਤੀਆਂ ਔਰ ਇੱਕ ਦਾ ਨਾਮ ਆਦਾ ਸੀ ਔਰ ਦੂਜੀ ਦਾ ਨਾਮ ਜ਼ਿਲਾ ਸੀ। ਅਤੇ ਆਦਾ ਯਾਬਲ ਨੂੰ ਜਣੀ। ਉਹ ਉਹਨਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਵਸਦੇ ਸਨ ਔਰ ਪਸ਼ੂ ਪਾਲਦੇ ਸਨ। ਔਰ ਉਸਦੇ ਭਰਾ ਦਾ ਨਾਮ ਜੂਬਲ ਸੀ। ਉਹ ਸਾਰਿਆਂ ਦਾ ਪਿਤਾ ਸੀ ਜਿਹੜੇ ਪਰਬਤ ਔਰ ਬੀਨ ਵਜਾਉਂਦੇ ਸਨ। ਜ਼ਿਲਾ ਵੀ ਤੂਬਲ ਕਾਇਨ ਨੂੰ ਜਣੀ। ਉਹ ਲੋਹੇ ਔਰ ਪਿੱਤਲ ਦੇ ਔਰ ਇੱਕ ਵੱਢਣ ਵਾਲੇ ਸੰਦ ਦਾ ਟਿੱਕਾ ਕਰਨ ਵਾਲਾ ਸੀ। ਅਤੇ ਤੂਬਲ ਕਾਇਨ ਦੀ ਭੈਣ ਨਾਮਾ ਸੀ। ਲਾਮਕ ਨੇ ਆਪਣੀਆਂ ਤੀਵੀਆਂ ਨੂੰ ਆਖਿਆ, ਆਦਾ ਤੇ ਸਿਲਾ ਮੇਰੀ ਆਵਾਜ਼ ਸੁਣੋ। ਹੇ ਲਾਮਕ ਦਿਓ ਤੀਵੀਓ,
ਮੇਰੇ ਵਚਨ ਤੇ ਕੰਨ ਲਾਵੋ। ਮੈਂ ਤਾਂ ਇੱਕ ਮਨੁੱਖ ਨੂੰ ਜਿਹਨੇ ਮੈਨੂੰ ਫਟੜ ਕੀਤਾ ਅਤੇ ਇੱਕ ਕਬਰੂ ਨੂੰ ਜਿਹਨੇ ਮੈਨੂੰ ਸੱਟ ਮਾਰੀ ਵੱਢ ਸੁੱਟਿਆ ਹੈ। ਜੇ ਕਾਇਨ ਦਾ ਬਦਲਾ 7 ਗੁਣਾ ਹੈ ਤਾਂ ਲਾਮਕ ਦਾ 70 ਗੁਣਾ ਲਿਆ ਜਾਵੇਗਾ। ਆਦਮ ਨੇ ਫਿਰ ਆਪਣੀ ਤੀਵੀ ਨਾਲ ਸੰਗ ਕੀਤਾ ਅਤੇ ਉਹ ਪੁੱਤਰ ਜਨੀ ਅਤੇ ਉਸਨੇ ਇਹ ਕਹਿ ਕੇ ਉਹਦਾ ਨਾਮ ਸੇਤ ਰੱਖਿਆ ਕਿ ਪਰਮੇਸ਼ਰ ਨੇ ਮੈਨੂੰ ਇੱਕ ਹੋਰ ਵੰਸ਼ ਹਾਬਲ ਦੀ ਤਾਂ ਜਿਹਨੂੰ ਕਾਇਨ ਨੇ ਵੱਢ ਸੁੱਟਿਆ ਸੀ ਦੇ ਦਿੱਤੀ ਹੈ ਅਤੇ ਸੇਤ ਤੋਂ ਵੀ ਇੱਕ ਪੁੱਤਰ ਜੰਮਿਆ ਅਤੇ ਉਸਨੇ ਉਹਦਾ ਨਾਮ ਅਨੋਸ ਰੱਖਿਆ। ਉਸ ਵੇਲੇ ਤੋਂ ਲੋਕ ਯਹੋਵਾ ਦਾ ਨਾਮ ਲੈਣ ਲੱਗੇ। ਲੇਵੀਆਂ ਦੀ ਪੋਥੀ ਅਧਿਆਇ 7। ਅਤੇ ਇਸੇ ਤਰ੍ਹਾਂ ਦੋਸ਼ ਦੀ ਪੇਂਟ ਦੀ ਵਿਵਸਥਾ ਹੈ। ਉਹ ਅਤ ਪਵਿੱਤਰ ਹੈ। ਜਿੱਥੇ ਉਹ ਹੋਮ ਦੀ ਪੇਂਟ ਨੂੰ ਕੱਟਦੇ ਹਨ ਉੱਥੇ ਹੀ ਉਹ ਦੋਸ਼ ਦੀ ਪੇਂਟ ਨੂੰ ਕੱਟਣ ਅਤੇ ਉਹਦੇ ਲਹੂ ਤੋਂ ਉਸ ਜਗਵੇਦੀ ਦੇ ਉੱਤੇ ਚੁਫੇਰੇ ਛਿਣਕੇ ਅਤੇ ਉਹ ਉਸੇ ਦੀ ਸਾਰੀ ਚਰਬੀ ਚੜਾਵੇ। ਪੂਛ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਦੋਵੇਂ ਗੁਰਦੇ ਅਤੇ ਬੱਕੀਆਂ ਦੇ ਕੋਲ ਉਹਨਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਚਿੱਲੀ ਨੂੰ ਜੋ ਕਲੇਜੇ ਉੱਤੇ ਹੈ ਕੁਰਦੀਆਂ ਸਣੇ ਉਹ ਵੱਖਰੀ ਕਰੇ ਅਤੇ ਜਾਜਕ ਅੱਗ ਦੀ ਪੇਂਟ ਕਰਕੇ ਯਹੋਵਾ ਦੇ ਅੱਗੇ ਜਗਵੇਦੀ ਦੇ ਉੱਤੇ ਉਹਨਾਂ ਨੂੰ ਸਾੜੇ। ਇਹ ਦੋਸ਼ ਦੀ ਪੇਂਟ ਹੈ। ਜਾਜਕਾਂ ਵਿੱਚੋਂ ਸਭੇ ਪੁਰਖ ਉਸ ਤੋਂ ਖਾਣ। ਉਹ ਪਵਿੱਤਰ ਥਾਂ ਵਿੱਚ ਖਾਤੇ ਜਾਏ। ਉਹ ਅਤ ਪਵਿੱਤਰ ਹੈ। ਜਿਹੀ ਪਾਪ ਦੀ ਪੇਂਟ ਹੈ ਤੇਹੀ ਦੋਸ਼ ਦੀ ਪੇਂਟ ਹੈ। ਉਹਨਾਂ ਦੀ ਇੱਕੋ ਵਿਵਸਥਾ ਹੈ। ਜਿਹੜਾ ਜਾਜਕ ਉਸ ਦਾ ਪ੍ਰਸਾਚਿਤ ਕਰੇ ਸੋ ਉਸ ਨੂੰ ਰੱਖੇ ਅਤੇ ਜਿਹੜਾ ਜਾਜਕ ਕਿਸੇ ਮਨੁੱਖ ਦੇ ਹੋਮ ਦੀ ਪੇਂਟ ਚੜਾਵੇ ਉਹ ਜਾਜਕ ਉਸ ਹੋਮ ਦੀ ਪੇਂਟ ਦੀ ਕੱਲ ਜੋ ਉਸ ਨੇ ਚੜਾਈ ਹੈ ਆਪ ਰੱਖੇ ਅਤੇ ਸਾਰੇ ਮੇਰੇ ਦੀ ਪੇਂਟ ਜੋ ਤੰਦੂਰ ਵਿੱਚ ਪਕਾਈ ਜਾਵੇ ਅਤੇ ਸਾਰੀ ਜੋ ਤਵੀ ਵਿੱਚ ਜਾਂ ਤਵੇ ਉੱਤੇ ਪਕਾਈ ਜਾਵੇ ਸੋ ਉਸ ਜਾਜਕ ਦੀ ਹੋਵੇਗੀ ਜਿਹੜਾ ਉਸ ਨੂੰ ਚੜਾਵੇ। ਅਤੇ ਸਭੇ ਮੈਦੇ ਦੀਆਂ ਪੇਂਟਾਂ ਭਾਵੇਂ ਤੇਲ ਨਾਲ ਰਲੀਆਂ ਹੋਈਆਂ ਭਾਵੇਂ ਰੁਕੀਆਂ ਸੋ ਹਾਰੂਨ ਦੇ ਸਾਰੇ ਪੁੱਤਰ ਇੱਕੋ ਜਿਹੇ ਵੱਢਣ। ਜਿਹੜੀਆਂ ਯਹੋਵਾ ਦੇ ਅੱਗੇ ਪੇਂਟਾਂ ਉਸ ਨੂੰ ਚੜਾਉਣੀਆਂ ਹਨ ਉਹਨਾਂ ਸੁੱਖ ਸ਼ਾਂਤੀ ਦੀਆਂ ਪੇਂਟਾਂ ਦੀ ਵਿਵਸਥਾ ਇਹ ਹੈ। ਜੇ ਉਹ ਉਸ ਨੂੰ ਧੰਨਵਾਦਾਂ ਲਈ ਚੜਾਵੇ ਤਾਂ ਉਹ ਆਪਣੀ ਧੰਨਵਾਦ ਦੀ ਪੇਂਟ ਵਿੱਚ ਤੇਲ ਨਾਲ ਗੁੰਨੇ ਹੋਏ ਪਤੀਰੇ ਫੁਲਕੇ ਅਤੇ ਤੇਲ ਨਾਲ ਚੋਪਟੀ ਹੋਈ ਪਤੀਰੀ ਮੱਟੀ ਅਤੇ ਮੈਦੇ ਦੀਆਂ ਤੇਲ ਨਾਲ ਤਲੀਆਂ ਹੋਈਆਂ ਪੂਰੀਆਂ ਚੜਾਵੇ ਅਤੇ ਪੂਰੀਆਂ ਦੇ ਨਾਲ ਉਹ ਆਪਣੀ ਪੇਂਟ ਵਿੱਚ ਆਪਣੀਆਂ ਸੁੱਖ ਸ਼ਾਂਤੀ ਦੀਆਂ ਪੇਂਟਾਂ ਦੇ ਧੰਨਵਾਦਾਂ ਦੀ ਬਲੀ ਨਾਲ ਖਮੀਰੀ ਰੋਟੀ ਵੀ ਚੜਾਵੇ ਅਤੇ ਉਸ ਵਿੱਚੋਂ ਉਹ ਹਰੇਕ ਪੇਂਟ ਵਿੱਚੋਂ ਚੁਕਾਈ ਦੀ ਪੇਂਟ ਕਰਕੇ ਯਹੋਵਾ ਦੇ ਅੱਗੇ ਇੱਕ ਚੜਾਵੇ ਅਤੇ ਉਹ ਉਸੇ ਜਾਜਕ ਦੀ ਜਗਵੇਦੀ ਜਿਹੜਾ ਸੁੱਖ ਸ਼ਾਂਤੀ ਦੀਆਂ ਪੇਂਟਾਂ 'ਚ ਲਹੂ ਨੂੰ ਛਿਣਕੇ ਅਤੇ ਜਿਹੜਾ ਧੰਨਵਾਦਾਂ ਲਈ ਸੁੱਖ ਸ਼ਾਂਤੀ ਦੀਆਂ ਪੇਂਟਾਂ ਦੀ ਬਲੀ ਦਾ ਮਾਸ ਹੈ ਸੋ ਉਸੇ ਦਿਨ ਜਿਸ ਦੇ ਵਿਧ ਚੜਾਇਆ ਜਾਂਦਾ ਹੈ ਸੋ ਖਾਤਾ ਜਾਏ। ਉਹ ਉਸ ਵਿੱਚੋਂ ਸਵੇਰ ਤੱਕ ਕੁਝ ਨਾ ਛੱਡੇ। ਪਰ ਜੇ ਉਸ ਦੀ ਪੇਂਟ ਦੀ ਬਲੀ ਕੋਈ ਸੁੱਕਣਾ ਹੋਵੇ ਜਾਂ ਪ੍ਰਸੰਨਤਾ ਦੀ ਪੇਂਟ ਹੋਵੇ ਤਾਂ ਉਹ ਉਸੇ ਦਿਨ ਜਿਸ ਦੇ ਵਿੱਚ ਉਹ ਆਪਣੀਆਂ ਬਲੀ ਚੜਾਉਂਦਾ ਹੈ ਖਾਤੀ ਜਾਏ ਅਤੇ ਜੋ ਰਹੇ ਸੋ ਦੂਜੇ ਦਿਨ ਵੀ ਖਾਤਾ ਜਾਏ। ਪਰ ਜਿਹੜਾ ਉਸ ਬਲੀ ਦੇ ਮਾਸ ਵਿੱਚੋਂ ਤੀਜੇ ਦਿਨ ਤੋੜੀ ਰਹੇ ਸੋ ਅੱਗ ਨਾਲ ਸਾੜਿਆ ਜਾਵੇ। ਅਤੇ ਜੇ ਉਸ ਦੀਆਂ ਸੁੱਖ ਸ਼ਾਂਤੀ ਦੀਆਂ ਪੇਂਟਾਂ ਦੀ
ਬਲੀ ਦੇ ਮਾਸ ਵਿੱਚੋਂ ਤੀਜੇ ਦਿਨ ਵਿੱਚ ਖਾਧਾ ਜਾਏ ਤਾਂ ਉਹ ਮੰਨਿਆ ਨਾ ਜਾਏ ਅਤੇ ਨਾ ਚੜਾਉਣ ਵਾਲੇ ਦੇ ਲੇਖੇ ਵਿੱਚ ਗਿਣਿਆ ਜਾਏ। ਉਹ ਗਿਲਾਨ ਹੋਵੇ ਅਤੇ ਜਿਹੜਾ ਪ੍ਰਾਣੀ ਉਸ ਨੂੰ ਖਾਵੇ ਸੋ ਆਪਣਾ ਦੋਸ਼ ਚੁੱਕੇ। ਅਤੇ ਉਹ ਮਾਸ ਜੋ ਕਿਸੇ ਅਪਵਿੱਤਰ ਵਸਤ ਨਾਲ ਚੋਹੇ ਸੋ ਖਾਧਾ ਨਾ ਜਾਏ, ਉਹ ਅੱਗ ਨਾਲ ਸਾੜਿਆ ਜਾਏ। ਅਤੇ ਮਾਸ ਜੋ ਹੈ ਸੋ ਸਾਰੇ ਪਵਿੱਤਰ ਲੋਕ ਉਸ ਤੋਂ ਖਾਣ, ਪਰ ਉਹ ਪ੍ਰਾਣੀ ਜਿਹੜੀ ਉਹਨਾਂ ਸੁੱਖ ਸ਼ਾਂਤੀ ਦੀਆਂ ਬਲੀਆਂ ਦੇ ਮਾਸ ਵਿੱਚੋਂ ਜੋ ਯਹੋਵਾ ਦੀਆਂ ਹਨ ਕੁਝ ਖਾਵੇ ਅਤੇ ਆਪ ਅਪਵਿੱਤਰ ਹੋਵੇ ਤਾਂ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਨਾਲੇ ਉਹ ਪ੍ਰਾਣੀ ਜਿਹੜਾ ਕਿਸੇ ਅਪਵਿੱਤਰ ਵਸਤੂ ਨੂੰ ਛੋਹੇ, ਜਿਹੀ ਮਨੁੱਖ ਦੀ ਅਪਵਿੱਤਰਤਾਈ ਜਾਂ ਕਿਸੇ ਅਪਵਿੱਤਰ ਪਸ਼ੂ ਜਾਂ ਕਿਸੇ ਗਿਲਾਨ ਅਪਵਿੱਤਰ ਵਸਤੂ ਅਤੇ ਫਿਰ ਉਹਨਾਂ ਸੁੱਖ ਸ਼ਾਂਤੀ ਦੀਆਂ ਭੇਟਾਂ ਦੀ ਬਲੀ ਦੇ ਮਾਸ ਵਿੱਚੋਂ ਜੋ ਯਹੋਵਾ ਦੀਆਂ ਹਨ ਖਾਵੇ ਤਾਂ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਅਤੇ ਯਹੋਵਾ ਮੂਸਾ ਨਾਲ ਬੋਲਿਆ ਕਿ ਇਸਰਾਏਲੀਆਂ ਨਾਲ ਬੋਲ ਕਿ ਤੁਸਾਂ ਕਿਸੇ ਪ੍ਰਕਾਰ ਦੀ ਚਰਬੀ, ਭਾਵੇਂ ਬਲਦ ਦੀ, ਭਾਵੇਂ ਭੇਡ ਦੀ, ਭਾਵੇਂ ਬੱਕਰੇ ਦੀ ਨਾ ਖਾਣੀ। ਅਤੇ ਉਸ ਲੋਥ ਦੀ ਚਰਬੀ ਜਿਹੜੀ ਆਪ ਹੀ ਮਰ ਜਾਏ ਅਤੇ ਉਸ ਦੀ ਚਰਬੀ ਜਿਹੜੀ ਪਸ਼ੂਆਂ ਨਾਲ ਫਾੜੀ ਗਈ ਹੋਵੇ ਤਾਂ ਉਹ ਹੋਰ ਕਿਸੇ ਕੰਮ ਵਿੱਚ ਵਰਤੀ ਜਾਏ, ਪਰ ਤੁਸਾਂ ਕਿਸੇ ਤਰ੍ਹਾਂ ਉਸ ਤੋਂ ਨਾ ਖਾਣੀ, ਕਿਉਂਕਿ ਜਿਹੜਾ ਉਸ ਪਸ਼ੂ ਦੀ ਜਿਸਨੂੰ ਮਨੁੱਖ ਯਹੋਵਾ ਦੇ ਅੱਗੇ ਅੱਗ ਦੀ ਭੇਂਟ ਕਰਕੇ ਚੜਾਉਂਦੇ ਹਨ ਚਰਬੀ ਖਾਵੇ ਤਾਂ ਉਹ ਪ੍ਰਾਣੀ ਜੋ ਉਸ ਨੂੰ ਖਾਂਦਾ ਹੈ ਸੋ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਨਾਲੇ ਤੁਸਾਂ ਕਿਸੇ ਪ੍ਰਕਾਰ ਦਾ ਲਹੂ, ਭਾਵੇਂ ਪੰਛੀ ਦਾ, ਭਾਵੇਂ ਪਸ਼ੂ ਦਾ, ਆਪਣੇ ਸਾਰੇ ਵਸੇਬਿਆਂ ਵਿੱਚ ਨਾ ਖਾਣਾ। ਜਿਹੜਾ ਪ੍ਰਾਣੀ ਕਿਸੇ ਪ੍ਰਕਾਰ ਦਾ ਲਹੂ ਖਾਵੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਯਹੋਵਾ ਮੂਸਾ ਨਾਲ ਬੋਲਿਆ ਕਿ ਇਸਰਾਏਲੀਆਂ ਨਾਲ ਇਹ ਬੋਲ ਕਿ ਉਹ ਜਿਹੜਾ ਯਹੋਵਾ ਦੇ ਅੱਗੇ ਆਪਣੀਆਂ ਸੁੱਖ ਸ਼ਾਂਤੀ ਦੀਆਂ ਭੇਟਾਂ ਦੀ ਬਲੀ ਚੜਾਵੇ ਸੋ ਆਪਣੀਆਂ ਸੁੱਖ ਸ਼ਾਂਤੀ ਦੀਆਂ ਭੇਟਾਂ ਦੀ ਬਲੀ ਵਿੱਚੋਂ ਯਹੋਵਾ ਦੇ ਅੱਗੇ ਲਿਆਵੇ। ਉਹ ਆਪਣੇ ਹੱਥ ਨਾਲ ਯਹੋਵਾ ਦੀਆਂ ਅੱਗ ਦੀਆਂ ਭੇਟਾਂ ਲਿਆਵੇ। ਉਹ ਛਾਤੀ ਦੇ ਸਣੇ ਚਰਬੀ ਲਿਆਵੇ ਜੋ ਛਾਤੀ ਯਹੋਵਾ ਦੇ ਅੱਗੇ ਹਿਲਾਉਣ ਦੀ ਭੇਂਟ ਕਰਕੇ ਹਿਲਾਈ ਜਾਵੇ। ਅਤੇ ਜਾਜਕ ਚਰਬੀ ਨੂੰ ਜਗਵੇਦੀ ਉੱਤੇ ਸਾੜੇ, ਪਰ ਛਾਤੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮਿਲ ਜਾਵੇ। ਅਤੇ ਤੁਸੀਂ ਸੱਜੀ ਰਾਣ ਨੂੰ ਆਪਣੀਆਂ ਸੁੱਖ ਸ਼ਾਂਤੀ ਦੀਆਂ ਭੇਟਾਂ ਦੀਆਂ ਬਲੀਆਂ ਵਿੱਚੋਂ ਇੱਕ ਚੁਕਾਈ ਦੀ ਭੇਟ ਕਰਕੇ ਜਾਜਕ ਨੂੰ ਦੇਣੀ। ਜਿਹੜਾ ਹਾਰੂਨ ਦੇ ਪੁੱਤਰਾਂ ਵਿੱਚੋਂ ਸੁੱਖ ਸ਼ਾਂਤੀ ਦੀਆਂ ਭੇਟਾਂ ਦਾ ਲਹੂ ਚੜਾਵੇ ਅਤੇ ਚਰਬੀ ਉਹ ਸੱਜੀ ਰਾਣ ਆਪਣਾ ਭਾਗ ਜਾਣ ਕੇ ਰੱਖੇ, ਕਿਉਂ ਜੋ ਹਿਲਾਉਣ ਦੀ ਛਾਤੀ ਅਤੇ ਚੁਕਾਈ ਦੀ ਰਾਣ ਮੈਂ ਇਸਰਾਏਲੀਆਂ ਕੋਲੋਂ ਉਹਨਾਂ ਦੀਆਂ ਸੁੱਖ ਸ਼ਾਂਤੀ ਦੀਆਂ ਭੇਟਾਂ ਦੀਆਂ ਬਲੀਆਂ ਵਿੱਚੋਂ ਲੈ ਕੇ ਹਾਰੂਨ ਜਾਜਕ ਅਤੇ ਉਸ ਦੇ ਪੁੱਤਰਾਂ ਨੂੰ ਇਸਰਾਏਲੀਆਂ ਵਿੱਚੋਂ ਇੱਕ ਸਦਾ ਦੀ ਵਿਧੀ ਕਰਕੇ ਦਿੱਤੀ ਹੈ। ਯਹੋਵਾ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਜਿਸ ਦਿਨ ਉਸਨੇ ਉਹਨਾਂ ਨੂੰ ਜਾਜਕ ਦੇ ਕੰਮ ਵਿੱਚ ਯਹੋਵਾ ਦੀ ਸੇਵਾ ਕਰਨ ਲਈ ਤਾਪਿਆ, ਇਹ ਹਾਰੂਨ ਦੇ ਮਸਾ ਕਰਨ ਅਤੇ ਉਸ ਦੇ ਪੁੱਤਰ ਦੇ ਮਸਾ ਕਰਨ ਦਾ ਅਧਿਕਾਰ ਹੈ, ਜਿਹੜਾ ਯਹੋਵਾ ਇਸਰਾਏਲੀਆਂ ਕੋਲੋਂ ਜਿਸ ਵੇਲੇ ਉਸਨੇ ਉਹਨਾਂ ਨੂੰ ਉਹਨਾਂ ਦੀਆਂ ਪੀੜ੍ਹੀਆਂ ਤੀਕਰ ਇੱਕ ਸਦਾ ਦੀ ਵਿਧੀ ਕਰਕੇ ਮਸਾ ਕੀਤਾ, ਉਹਨਾਂ ਨੂੰ ਦੇਣ ਦੀ ਆਗਿਆ ਦਿੱਤੀ। ਇਹ ਹੋਮ ਦੀ ਭੇਂਟ ਔਰ ਮੈਦੇ ਦੀ ਭੇਂਟ ਅਤੇ ਪਾਪ ਦੀ ਬਲੀ ਅਤੇ ਦੋਸ਼ ਦੀ ਭੇਟ ਅਤੇ ਪਵਿੱਤਰ ਠਹਿਰਾਉਣ ਅਤੇ ਸੁੱਖ ਸ਼ਾਂਤੀ ਦੀਆਂ ਭੇਟਾਂ ਦੀ ਬਲੀ ਦੀ ਵਿਵਸਥਾ ਹੈ।
ਜਿਹੜੀ ਯਹੋਵਾ ਨੇ ਸੀਨਾ ਪਹਾੜ ਉੱਤੇ ਮੂਸਾ ਨੂੰ ਆਗਿਆ ਦਿੱਤੀ ਸੀ, ਜਿਸ ਦਿਨ ਵਿੱਚ ਉਸਨੇ ਇਸਰਾਏਲੀਆਂ ਨੂੰ ਆਪਣੇ ਚੜਾਵੇ ਸੀਨਾ ਦੀ ਉਜਾੜ ਵਿੱਚ ਯਹੋਵਾ ਦੇ ਅੱਗੇ ਚੜਾਉਣ ਦੀ ਆਗਿਆ ਦਿੱਤੀ ਸੀ। ਲੇਵੀਆਂ ਦੀ ਪੋਥੀ ਅਧਿਆਇ 8। ਯਹੋਵਾ ਮੂਸਾ ਨਾਲ ਬੋਲਿਆ ਕਿ ਹਾਰੂਨ ਅਤੇ ਉਸ ਦੇ ਸਣੇ ਉਸ ਦੇ ਪੁੱਤਰ ਨੂੰ ਅਤੇ ਲੀੜੀਆਂ ਨੂੰ ਅਤੇ ਮਸਾ ਕਰਨ ਦੇ ਤੇਲ ਨੂੰ ਅਤੇ ਪਾਪ ਦੀ ਭੇਂਟ ਦੇ ਲਈ ਇੱਕ ਬਲਦ ਨੂੰ ਅਤੇ ਦੋਹਾਂ ਛਤਰੀਆਂ ਨੂੰ ਅਤੇ ਪਤੀਰੀ ਰੋਟੀ ਦੇ ਟੋਕਰੇ ਨੂੰ ਲੈ ਕੇ ਤੂੰ ਸਾਰੀ ਮੰਡਲੀ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਇਕੱਠੀ ਕਰੀ ਅਤੇ ਜਿਹੀ ਯਹੋਵਾ ਨੇ ਆਗਿਆ ਦਿੱਤੀ ਤਿਹਾ ਹੀ ਮੂਸਾ ਨੇ ਕੀਤਾ ਅਤੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਉਹ ਮੰਡਲੀ ਇਕੱਠੇ ਹੋ ਗਈ। ਅਤੇ ਮੂਸਾ ਨੇ ਮੰਡਲੀ ਨੂੰ ਆਖਿਆ, ਜਿਹੜੀ ਗੱਲ ਯਹੋਵਾ ਨੇ ਕਰਨ ਨੂੰ ਆਖੀ ਸੋ ਇਹ ਹੈ। ਅਤੇ ਮੂਸਾ ਨੇ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਲਿਆ ਕੇ ਪਾਣੀ ਨਾਲ ਧੋਤਾ ਅਤੇ ਉਸਨੇ ਉਸਦੇ ਉੱਤੇ ਕੁੜਤਾ ਪਾਇਆ ਅਤੇ ਉਸਨੇ ਪਟਕੇ ਨਾਲ ਉਸਦਾ ਲੱਕ ਬੰਨ੍ਹਿਆ ਅਤੇ ਜੋਗਾ ਉਸ ਨੂੰ ਪਹਿਰਾਇਆ ਅਤੇ ਉਸਦੇ ਉੱਤੇ ਏਫੋਦ ਪਾਇਆ ਅਤੇ ਏਫੋਦ ਦੇ ਸੋਨੇ ਪਟਕੇ ਨਾਲ ਉਸਦਾ ਲੱਕ ਬੰਨ੍ਹਿਆ ਅਤੇ ਉਸਦੇ ਨਾਲ ਉਸ ਨੂੰ ਕੱਸਿਆ ਅਤੇ ਉਸਨੇ ਉਸਦੇ ਉੱਤੇ ਚਪੜਾਸ ਰੱਖੀ। ਨਾਲੇ ਉਸਨੇ ਚਪੜਾਸ ਵਿੱਚੋਂ ਊਰੀਮ ਅਤੇ ਤੁਮੀਮ ਨੂੰ ਰੱਖਿਆ ਅਤੇ ਉਸਨੇ ਅਮਾਮੇ ਨੂੰ ਉਸਦੇ ਸਿਰ ਉੱਤੇ ਰੱਖਿਆ। ਨਾਲੇ ਅਮਾਮੇ ਦੇ ਉੱਤੇ ਅਰਥਾਤ ਉਸਦੇ ਮੱਥੇ ਦੇ ਉੱਤੇ ਉਸਨੇ ਸੋਨੇ ਦੀ ਪਤਰੀ ਅਤੇ ਪਵਿੱਤਰ ਅਮਾਮਾ ਪਾਇਆ, ਜਿਹੀ ਯਹੋਵਾ ਨੇ ਮੂਸਾ ਨੂੰ ਆਗਿਆ ਦਿੱਤੀ ਸੀ। ਅਤੇ ਮੂਸਾ ਨੇ ਮਸਾ ਕਰਨ ਦਾ ਤੇਲ ਲਿਆ ਅਤੇ ਡੇਰੇ ਨੂੰ ਅਤੇ ਜੋ ਕੁਝ ਉਸ ਦੇ ਵਿੱਚ ਸੀ ਤੇਲ ਪਾ ਕੇ ਪਵਿੱਤਰ ਕੀਤਾ ਅਤੇ ਉਸ ਤੋਂ ਲੈ ਕੇ ਜਗਵੇਦੀ ਨੂੰ 7 ਵੇਰੀ ਚਿਣਕਿਆ ਅਤੇ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਵਲੇਵੇ ਨੂੰ ਅਤੇ ਉਸ ਦਾ ਚੁਬਚਾ ਅਤੇ ਉਸ ਦੀ ਚੌਕੀ ਨੂੰ ਉਹਨਾਂ ਨੂੰ ਪਵਿੱਤਰ ਕਰਨ ਲਈ ਤੇਲ ਲਾਇਆ। ਅਤੇ ਉਸਨੇ ਮਸਾ ਕਰਨ ਦਾ ਤੇਲ ਹਾਰਨ ਦੇ ਸਿਰ ਉੱਤੇ ਚੁਆ ਕੇ ਉਸ ਨੂੰ ਪਵਿੱਤਰ ਕਰਨ ਲਈ ਮਸਾ ਕੀਤਾ। ਅਤੇ ਮੂਸਾ ਨੇ ਹਾਰੂਨ ਦੇ ਪੁੱਤਰਾਂ ਨੂੰ ਲਿਆ ਕੇ ਉਹਨਾਂ ਨੂੰ ਕੁੜਤੇ ਪਹਿਰਾਏ, ਉਹਨਾਂ ਦੇ ਲੱਕ ਪਟਕਿਆਂ ਨਾਲ ਬੰਨੇ ਅਤੇ ਉਹਨਾਂ ਨੂੰ ਪੱਗਾਂ ਬਣਾਈਆਂ, ਜਿਹਾ ਯਹੋਵਾ ਨੇ ਮੂਸਾ ਨੂੰ ਆਗਿਆ ਦਿੱਤੀ ਸੀ। ਅਤੇ ਉਹ ਪਾਪ ਦੀ ਭੇਂਟ ਲਈ ਬਲਦ ਨੂੰ ਲੈ ਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਪਾਪ ਦੀ ਭੇਂਟ ਦੀ ਬਲਦ ਦੇ ਸਿਰ ਉੱਤੇ ਆਪਣੇ ਹੱਥ ਧਰੇ ਅਤੇ ਉਸਨੇ ਉਸ ਨੂੰ ਕੱਟਿਆ ਅਤੇ ਮੂਸਾ ਨੇ ਉਸ ਦਾ ਲਹੂ ਲੈ ਕੇ ਜਗਵੇਦੀ ਦੇ ਸਿੰਗਾਂ ਉੱਤੇ ਆਪਣੇ ਉਂਗਲ ਨਾਲ ਚੁਫੇਰੇ ਲਾਇਆ ਅਤੇ ਜਗਵੇਦੀ ਨੂੰ ਸੁੱਧ ਕੀਤਾ ਅਤੇ ਜਗਵੇਦੀ ਦੇ ਹੇਠ ਲਹੂ ਨੂੰ ਡੋਲ ਕੇ ਉਸ ਦੇ ਲਈ ਪ੍ਰਾਸ਼ਚਿਤ ਕਰਕੇ ਉਸ ਨੂੰ ਪਵਿੱਤਰ ਕੀਤਾ ਅਤੇ ਜਿਹੜੀਆਂ ਆਂਦਰਾਂ ਦੇ ਉੱਤੇ ਸਾਰੀ ਚਰਬੀ ਅਤੇ ਕਲੇਜੇ ਦੇ ਉੱਤੇ ਚਿੱਲੀ ਅਤੇ ਦੋਵੇਂ ਗੁਰਦੇ ਅਤੇ ਉਹਨਾਂ ਦੀ ਚਰਬੀ ਲੈ ਕੇ ਮੂਸਾ ਨੇ ਉਸ ਨੂੰ ਜਗਵੇਦੀ ਉੱਤੇ ਸਾੜਿਆ। ਪਰ ਬਲਦ ਅਤੇ ਉਸ ਦੀ ਖੱਲ, ਉਸ ਦਾ ਮਾਸ ਅਤੇ ਉਸ ਦਾ ਗੋਹਾ ਉਸਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ, ਜਿਹਾ ਯਹੋਵਾ ਨੇ ਮੂਸਾ ਨੂੰ ਆਗਿਆ ਦਿੱਤੀ ਸੀ। ਅਤੇ ਉਸ ਹੋਮ ਦੀ ਭੇਂਟ ਦੇ ਚਤਰੇ ਨੂੰ ਲਿਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਚਤਰੇ ਦੇ ਸਿਰ ਉੱਤੇ ਹੱਥ ਧਰੇ ਅਤੇ ਉਸਨੇ ਉਸ ਨੂੰ ਕੱਟਿਆ ਅਤੇ ਮੂਸਾ ਨੇ ਲਹੂ ਨੂੰ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ ਅਤੇ ਉਸਨੇ ਚਤਰੇ ਨੂੰ ਟੋਟੇ ਕੀਤਾ ਅਤੇ ਮੂਸਾ ਨੇ ਸਿਰ ਨੂੰ ਅਤੇ ਟੋਟੀਆਂ ਨੂੰ ਅਤੇ ਚਰਬੀ ਨੂੰ ਸਾੜਿਆ।
ਅਤੇ ਉਸ ਨੇ ਆਂਦਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ ਅਤੇ ਮੂਸਾ ਨੇ ਸਾਰੀ ਛਤਰੇ ਨੂੰ ਜਗਵੇਦੀ ਉੱਤੇ ਸਾੜਿਆ। ਇਹ ਯਹੋਵਾ ਦੇ ਅੱਗੇ ਇੱਕ ਅੱਗ ਦੀ ਭੇਂਟ ਦੀ ਸੁੰਗਬਤਾ ਕਰਕੇ ਹੋਮ ਸੀ, ਜਿਹਾ ਯਹੋਵਾ ਨੇ ਮੂਸਾ ਨੂੰ ਆਗਿਆ ਦਿੱਤੀ ਸੀ। ਅਤੇ ਉਹ ਦੂਜੀ ਛਤਰੇ ਨੂੰ ਅਰਥਾਤ ਤਾਪਨ ਦੀ ਛਤਰੇ ਨੂੰ ਲੈ ਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਛਤਰੇ ਦੇ ਸਿਰ ਉੱਤੇ ਆਪਣੇ ਹੱਥ ਧਰੇ ਅਤੇ ਉਸਨੇ ਉਸ ਨੂੰ ਕੱਟਿਆ ਅਤੇ ਮੂਸਾ ਨੇ ਲਹੂ ਤੋਂ ਉਹਨਾਂ ਦੇ ਸੱਜੇ ਕੰਨਾਂ ਦੀ ਪਾਪੜੀ ਉੱਤੇ ਅਤੇ ਉਹਨਾਂ ਦੇ ਸੱਜੇ ਹੱਥਾਂ ਦੇ ਅੰਗੂਠੀਆਂ ਉੱਤੇ ਅਤੇ ਉਹਨਾਂ ਦੇ ਸੱਜੇ ਪੈਰਾਂ ਦੇ ਅੰਗੂਠੀਆਂ ਉੱਤੇ ਅਤੇ ਮੂਸਾ ਨੇ ਲਹੂ ਨੂੰ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ ਅਤੇ ਉਸ ਨੇ ਚਰਬੀ ਨੂੰ ਅਤੇ ਪੂਛ ਨੂੰ ਲੈ ਕੇ ਅਤੇ ਸਾਰੀ ਚਰਬੀ ਜੋ ਆਂਦਰਾਂ ਦੇ ਉੱਤੇ ਸੀ ਅਤੇ ਕਲੇਜੇ ਦੇ ਉੱਤੇ ਜਿਹੜੀ ਚਿੱਲੀ ਸੀ ਅਤੇ ਦੋਵੇਂ ਗੁਰਦੇ ਅਤੇ ਉਹਨਾਂ ਦੀ ਚਰਬੀ ਅਤੇ ਸੱਜੀ ਰਾਨ ਅਤੇ ਪਤੀਰੀ ਰੋਟੀ ਦੀ ਟੋਕਰੀ ਵਿੱਚੋਂ ਜਿਹੜੀ ਯਹੋਵਾ ਦੇ ਅੱਗੇ ਸੀ, ਉਸਨੇ ਇੱਕ ਪਤੀਰੀ ਰੋਟੀ ਅਤੇ ਇੱਕ ਤੇਲ ਦੀ ਤਿੰਦੀ ਰੋਟੀ ਅਤੇ ਇੱਕ ਮੱਟੀ ਲੈ ਕੇ ਉਹਨਾਂ ਨੂੰ ਚਰਬੀ ਉੱਤੇ ਅਤੇ ਸੱਜੀ ਰਾਨ ਉੱਤੇ ਧਰਿਆ ਅਤੇ ਉਸ ਨੇ ਸਾਰਾ ਹਾਰੂਨ ਦੇ ਹੱਥਾਂ ਅਤੇ ਉਸ ਦੇ ਪੁੱਤਰਾਂ ਦੇ ਹੱਥਾਂ ਉੱਤੇ ਰੱਖ ਕੇ ਹਿਲਾਉਣ ਦੀ ਭੇਂਟ ਕਰਕੇ ਯਹੋਵਾ ਦੇ ਅੱਗੇ ਉਹਨਾਂ ਨੂੰ ਹਿਲਾਇਆ ਅਤੇ ਮੂਸਾ ਨੇ ਉਹਨਾਂ ਨੂੰ ਉਹਨਾਂ ਦੇ ਹੱਥਾਂ ਤੋਂ ਲੈ ਕੇ ਜਗਵੇਦੀ ਉੱਤੇ ਹੋਮ ਦੀ ਭੇਂਟ ਦੇ ਉੱਤੇ ਸਾੜਿਆ। ਉਹ ਸੁੰਗਬਤਾ ਕਰਕੇ ਤਾਪਣ ਦੀਆਂ ਭੇਂਟਾਂ ਸਨ। ਇਹ ਯਹੋਵਾ ਦੇ ਅੱਗੇ ਇੱਕ ਅੱਗ ਦੀ ਭੇਂਟ ਸੀ। ਅਤੇ ਮੂਸਾ ਨੇ ਛਾਤੀ ਨੂੰ ਲੈ ਕੇ ਉਸ ਨੂੰ ਲਿਆਉਣ ਦੀ ਭੇਂਟ ਕਰਕੇ ਯਹੋਵਾ ਦੇ ਅੱਗੇ ਹਿਲਾਇਆ, ਕਿਉਂ ਜੋ ਤਾਪਣ ਦੀ ਛਤਰੇ ਦਾ ਉਹ ਮੂਸਾ ਦਾ ਭਾਗ ਸੀ, ਜਿਹਾ ਯਹੋਵਾ ਨੇ ਮੂਸਾ ਨੂੰ ਆਗਿਆ ਦਿੱਤੀ ਸੀ। ਅਤੇ ਮੂਸਾ ਨੇ ਮਸਾ ਕਰਨ ਦੇ ਤੇਲ ਤੋਂ ਅਤੇ ਉਸ ਲਹੂ ਤੋਂ ਜਿਹੜਾ ਜਗਵੇਦੀ ਉੱਤੇ ਸੀ ਕੁਝ ਲੈ ਕੇ ਹਾਰੂਨ ਅਤੇ ਉਸ ਦੇ ਲੀੜੇ ਅਤੇ ਉਸ ਦੇ ਪੁੱਤਰਾਂ ਅਤੇ ਉਸ ਨਾਲ ਉਸ ਦੇ ਪੁੱਤਰਾਂ ਦੀ ਲੀੜੀਆਂ ਉੱਤੇ ਛਿਣਕਿਆ ਅਤੇ ਹਾਰੂਨ ਅਤੇ ਉਸ ਦੇ ਲੀੜੇ ਅਤੇ ਉਸ ਦੇ ਪੁੱਤਰਾਂ ਅਤੇ ਉਸ ਦੇ ਨਾਲ ਉਸ ਦੇ ਪੁੱਤਰਾਂ ਦੇ ਲੀੜਿਆਂ ਨੂੰ ਪਵਿੱਤਰ ਕੀਤਾ। ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖਿਆ, ਮੰਡਲੀ ਦੇ ਡੇਰੇ ਦੇ ਬੂਹੇ ਕੋਲ ਮਾਸ ਰਿੰਨੇ ਅਤੇ ਉੱਤੇ ਤਾਪਣ ਦੀਆਂ ਭੇਟਾਂ ਦੀ ਟੋਕਰੀ ਵਿੱਚੋਂ ਜਿਹੜੀ ਰੋਟੀ ਹੈ ਉਸ ਦੇ ਨਾਲ ਉਸ ਨੂੰ ਖਾਓ, ਜਿਹਾ ਮੈਂ ਤੁਹਾਨੂੰ ਇਹ ਆਖ ਕੇ ਆਗਿਆ ਦਿੱਤੀ ਸੀ। ਭਈ ਹਾਰੂਨ ਅਤੇ ਉਸ ਦੇ ਪੁੱਤਰ ਉਸ ਨੂੰ ਖਾਣ। ਅਤੇ ਜੇ ਕੁਝ ਉਸ ਮਾਸ ਤੋਂ ਅਤੇ ਉਸ ਰੋਟੀ ਤੋਂ ਰਹਿੰਦਾ ਹੈ, ਸੋ ਤੁਸਾਂ ਅੱਗ ਨਾਲ ਸਾੜਨਾ ਅਤੇ 7 ਦਿਨ ਤੋੜੀ ਤੁਸਾਂ ਮੰਡਲੀ ਦੇ ਡੇਰੇ ਦੇ ਬੂਹੇ ਤੋਂ ਨਾ ਨਿਕਲਣਾ, ਜਦ ਤੋੜੀ ਤੇਰੇ ਤਾਪਣ ਦੇ ਦਿਨ ਪੂਰੇ ਨਾ ਹੋਣ, ਕਿਉਂ ਜੋ 7 ਦਿਨਾਂ ਵਿੱਚ ਉਹ ਤੁਹਾਨੂੰ ਤਾਪੇਗਾ। ਜਿਹੜਾ ਉਸਨੇ ਅੱਜ ਦੇ ਦਿਨ ਕੀਤਾ, ਤਿਹਾ ਹੀ ਯਹੋਵਾ ਨੇ ਆਗਿਆ ਦਿੱਤੀ, ਜੋ ਤੁਹਾਡੇ ਲਈ ਪ੍ਰਾਚਿਤ ਹੋਵੇ। ਸੋ ਤੁਸਾਂ ਰਾਤ ਦਿਨ 7 ਦਿਨ ਤੁਹਾਡੀ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਰਹਿਣਾ ਅਤੇ ਯਹੋਵਾ ਦੀ ਆਗਿਆ ਮੰਨਣੀ, ਜੋ ਤੁਸਾਂ ਮਰੋ ਨਾ, ਕਿਉਂ ਜੋ ਇਸੇ ਤਰ੍ਹਾਂ ਮੈਨੂੰ ਆਗਿਆ ਹੈ। ਸੋ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਹਨਾਂ ਸਭਨਾਂ ਗੱਲਾਂ ਨੂੰ ਜੋ ਯਹੋਵਾ ਨੇ ਮੂਸਾ ਦੀ ਰਾਹੀਂ ਆਗਿਆ ਦਿੱਤੀ ਸੀ ਕੀਤਾ। ਮੱਤੀ ਦੀ ਇੰਜੀਲ ਅਧਿਆਇ 4। ਤਦ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ, ਭਈ ਸ਼ੈਤਾਨ ਕੋਲੋਂ ਪਰਤਾਇਆ ਜਾਵੇ। ਅਤੇ ਜਾਂ 40 ਦਿਨ ਅਤੇ 40 ਰਾਤ ਵਰਤ ਰੱਖਿਆ ਤਾਂ ਉੜਕ ਉਹਨੂੰ ਭੁੱਖ ਲੱਗੀ। ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ
ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਕਹੋ ਜੋ ਇਹ ਪੱਥਰ ਰੋਟੀਆਂ ਬਣ ਜਾਣ। ਪਰ ਉਹਨੇ ਉੱਤਰ ਦਿੱਤਾ, ਲਿਖਿਆ ਹੈ, ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ। ਫਿਰ ਸ਼ੈਤਾਨ ਨੇ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਹੇਕਲ ਦੇ ਕਿੰਗਰੇ ਉੱਤੇ ਖੜਾ ਕਰਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦਿਓ, ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। ਯਿਸੂ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਹੈ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤ। ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦਾ ਜਲੋ ਉਹਨੂੰ ਵਿਖਾ ਲਿਆ ਅਤੇ ਉਹਨੂੰ ਕਿਹਾ, ਜੇ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ। ਤਦੋਂ ਯਿਸੂ ਨੇ ਉਸ ਨੂੰ ਕਿਹਾ, ਹੇ ਸ਼ੈਤਾਨ, ਚਲਿਆ ਜਾ, ਕਿਉਂ ਜੋ ਲਿਖਿਆ ਹੈ, ਭਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਤਦ ਸ਼ੈਤਾਨ ਉਹਨੂੰ ਛੱਡ ਗਿਆ ਅਤੇ ਵੇਖੋ ਦੂਤ ਕੋਲ ਆਣ ਕੇ ਉਹਦੀ ਟਹਿਲ ਕਰਨ ਲੱਗੇ। ਜਾਂ ਉਹਨੇ ਸੁਣਿਆ ਕਿ ਯੂਹੰਨਾ ਫੜਿਆ ਗਿਆ ਤਾਂ ਉਹ ਗਲੀਲ ਨੂੰ ਤੁਰ ਪਿਆ ਅਤੇ ਨਾਸਰਤ ਨੂੰ ਛੱਡ ਕੇ ਕਫਰਨਾਹੂਮ ਵਿੱਚ ਜਾ ਰਿਹਾ, ਜਿਹੜਾ ਝੀਲ ਦੇ ਕੰਢੇ ਜ਼ਬੂਲੂਨ ਅਤੇ ਨਫਤਾਲੀ ਦੇ ਬੰਨਿਆਂ ਵਿੱਚ ਹੈ, ਭਈ ਯਸਾਇਆ ਨਬੀ ਦਾ ਵਾਕ ਪੂਰਾ ਹੋਵੇ ਕਿ ਜ਼ਬੂਲੂਨ ਦੀ ਧਰਤੀ ਅਤੇ ਨਫਤਾਲੀ ਦੀ ਧਰਤੀ ਸਮੁੰਦਰ ਦੀ ਰਾਹ ਯਰਦਨੋਂ ਪਾਰ ਪਰਾਈਆਂ ਕੌਮਾਂ ਦੀ ਗਲੀਲ, ਜਿਹੜੀ ਲੋਕ ਹਨੇਰੇ ਵਿੱਚ ਬੈਠੇ ਹੋਏ ਸਨ, ਉਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਦੇਸ਼ ਅਤੇ ਛਾਇਆ ਵਿੱਚ ਬੈਠੇ ਹੋਏ ਸਨ, ਉਹਨਾਂ ਲਈ ਚਾਨਣ ਪ੍ਰਕਾਸ਼ ਹੋਇਆ। ਉਸੇ ਵੇਲਿਓਂ ਯਿਸੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ, ਭਈ ਤੋਬਾ ਕਰੋ, ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਗਲੀਲ ਦੀ ਝੀਲ ਦੇ ਕੰਢੇ ਫਿਰਦਿਆਂ ਹੋਇਆਂ ਉਸਨੇ ਦੋ ਭਰਾਵਾਂ ਅਰਥਾਤ ਸਮੌਨ ਉਹਨੂੰ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਹਦੇ ਭਰਾ ਅੰਤਰਿਆਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਡਿੱਠਾ, ਕਿਉਂ ਜੋ ਉਹ ਮਾਛੀ ਸਨ, ਅਤੇ ਉਹਨਾਂ ਨੂੰ ਕਿਹਾ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੀ ਸ਼ਿਕਾਰੀ ਬਣਾਵਾਂਗਾ। ਅਤੇ ਉਹ ਝੱਟ ਜਾਲਾਂ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ, ਔਰ ਉਤੋਂ ਅੱਗੇ ਵਧ ਕੇ ਉਹਨੇ ਹੋਰ ਦੋ ਭਰਾਵਾਂ ਅਰਥਾਤ ਜ਼ਬਦੀ ਦੇ ਪੁੱਤਰ ਯਾਕੂਬ ਨੂੰ ਅਤੇ ਉਹਦੇ ਭਾਈ ਯੂਹੰਨਾ ਨੂੰ ਵੇਖਿਆ, ਜਿਹੜੇ ਆਪਣੀ ਪਿਓ ਦੇ ਨਾਲ ਬੇੜੀ ਉੱਤੇ ਆਪਣੀਆਂ ਚਾਲਾਂ ਨੂੰ ਸੁਧਾਰਦੇ ਸਨ, ਔਰ ਉਹਨਾਂ ਨੂੰ ਸੱਦਿਆ ਤਾਂ ਉਹ ਝੱਟ ਬੇੜੀ ਨੂੰ ਅਤੇ ਆਪਣੇ ਪਿਓ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ। ਯਿਸੂ ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ, ਔਰ ਸਾਰੇ ਸੂਰੀਆ ਦੇਸ਼ ਵਿੱਚ ਉਹਦੀ ਧੁੰਮ ਪੈ ਗਈ ਅਤੇ ਉਹਨਾਂ ਸਭਨਾਂ ਰੋਗੀਆਂ ਨੂੰ ਜਿਹੜੇ ਕਈ ਪ੍ਰਕਾਰ ਦੇ ਰੋਗਾਂ ਅਤੇ ਦੁੱਖਾਂ ਵਿੱਚ ਫਸੇ ਹੋਏ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਮਿਰਗੀ ਵਾਲੀਆਂ ਅਤੇ ਅਧਰੰਗੀਆਂ ਨੂੰ ਉਹਦੇ ਕੋਲ ਲਿਆਏ, ਔਰ ਉਸਨੇ ਉਹਨਾਂ ਨੂੰ ਚੰਗਾ ਕੀਤਾ। ਅਤੇ ਵੱਡੀਆਂ ਭੀੜਾਂ ਗਲੀਲ ਅਤੇ ਦਿਕਾਪੋਲਿਸ ਅਤੇ ਯਰੂਸ਼ਲਮ ਅਤੇ ਯਹੂਦੀਆ ਅਤੇ ਯਰਦਨ ਦੇ ਪਾਰੋਂ ਉਹਦੇ ਮਗਰ ਲੱਗ ਪਈਆਂ। ਆਮੀਨ ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਜਿਸ ਪ੍ਰਕਾਰ ਆਪਾਂ
ਆਪਣੇ ਅੱਗੇ ਪੜਿਆ ਗਿਆ ਉਸ ਵਚਨ ਦੇ ਪ੍ਰਤੀ ਆਪਾਂ ਕੁਝ ਗੱਲਾਂ ਨੂੰ ਵੇਖਾਂਗੇ। ਉਤਪਤ ਅਧਿਆਇ 4 ਦੇ ਵਿੱਚ ਪਹਿਲਾਂ ਕਾਇਨ ਅਤੇ ਆਬੇਲ ਇਹਨਾਂ ਦੇ ਪ੍ਰਤੀ ਦੇਖਦੇ ਹਾਂ। ਸਭ ਤੋਂ ਪਹਿਲਾਂ ਕਾਇਨ ਅਤੇ ਹਾਬਲ ਦੇ ਪ੍ਰਤੀ ਆਪਾਂ ਇਸ ਅਧਿਆਇ ਦੇ ਵਿੱਚ ਦੇਖਦੇ ਹਾਂ। ਕਾਇਨ ਜੋ ਹੈ परमेश्वर दे सन्मुख एक किसान, हाबल जो है आयजड़ी। ये दोनों प्रभु दे सन्मुख बलिदान चढ़ाने वास्ते आए। वो दोनों बलिदान चढ़ाए, पर प्रभु परमेश्वर जो कायन दी बलिदान उत्ते नहीं सगों हाबल दी बलिदान उत्ते प्रसन्न लाया। क्यों जो उन्हें जो भी ले आके लगाया सी वो परमेश्वर दे मन पावनी बनी आसी। तां करके परमेश्वर ने हाबल दे बलिदान ਨੂੰ ਕਬੂਲ ਕੀਤਾ। ਜੇ ਇਸ ਅਧਿਆਇ ਦੇ ਵਿੱਚ ਵੇਖਿਆ ਜਾਵੇ, ਇਸ ਕਾਰਨ ਕਾਇਨ ਜੋ ਹੈ ਹਾਬਲ ਦੇ ਉੱਤੇ ਕ੍ਰੋਧਵਾਨ ਹੋਇਆ ਔਰ ਉਹ ਕ੍ਰੋਧ ਹੌਲੀ ਹੌਲੀ ਉਹਦੇ ਮਨ ਦੇ ਵਿੱਚ ਬਹੁਤ ਵੱਡੀ ਦੁਸ਼ਮਣੀ ਨੂੰ ਆਪਣੇ ਭਾਈ ਦੇ ਪ੍ਰਤੀ ਪੈਦਾ ਕਰਦੀ ਰਹੀ। ਇੱਕ ਦਿਨ ਉਹਨੇ ਵੇਖਿਆ ਅਬਦੀ ਭਾਈ ਕੱਲਾ ਮੇਰੇ ਨਾਲ ਕੋਲੇ ਫਸਿਆ ਗਿਆ ਹੈ, ਤਾਂ ਉਹਨੇ ਹਾਬਲ ਨੂੰ ਮਾਰ ਦਿੱਤਾ। ਜਦ ਉਹਨੇ ਮਾਰਿਆ, ਹਾਬਲ ਦੀ ਲਹੂ ਪਰਮੇਸ਼ਰ ਵੱਲ ਫੁਕਾਰਿਆ। ਆਇਤ 10 ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਤੇਰੇ ਭਾਈ ਦਾ ਲਹੂ ਮੈਨੂੰ ਪੁਕਾਰਦਾ ਅਤੇ ਤੇਰੇ ਪ੍ਰਤੀ ਮੇਰੇ ਕੋਲ ਸ਼ਿਕਾਇਤ ਲੈ ਆਈ ਹੈ। ਪ੍ਰਭੂ ਦੇ ਪਿਆਰਿਓ, ਇੱਕ ਗੱਲ ਸਮਝੋ, ਇਨਸਾਨ ਦਾ ਲਹੂ ਬੋਲਦਾ ਹੈ क्योंकि लहू दे विच जीवन है। ना कला इंसान, हर प्रकार के जानवर दी लहू दे विच जीवन है। ता परमेश्वर जद इंसान पाप करके परमेश्वर दे खिलाफ पापी हो जांदा, उदों परमेश्वर उस इंसान नूं शुद्ध करन लई, उस इंसान नूं पाप तो माफी देने लई ये हुक्म लेवियां दी पोथी दे विच दे रहा है कि बलिदान चढ़ावे। किसी भी शुद्ध पशु दी बलिदान चढ़ाना इंसान नूं पैंदा है, वो अपने पाप तो शुद्ध होने लई। प्रभु दे प्यारियो, लेवियां दी पोथी अध्याय 7 दे विच इस प्रकार लिखिया होया है कि हर एक बंदा जो दोषी ठहराया गया है वो की करन प्रभु दे सन्मुख आउन अते बलिदान नो चढ़ान अते उस बलिदान कीते हुए उस जानवर दी, किसी शुद्ध जानवर दी लहू नो प्रभु दे सन्मुख डोलिया जावे। अते ये भी हुक्म दिता जा रहा है, कोई भी इंसान किसी जानवर नूं जदों मारे बलिदान चढ़ावे उस दे लहू नूं खाना मना है, क्योंकि लहू दे विच जीवन है। इस लहू नूं और कोई प्रभु दे सन्मुख डोलना नहीं। इस लहू नूं सिर्फ एक जाजक ही डोलना। पूरे एक महा जाजक बन के प्रभु यीशु मसीह अपने लिए जन्म ले लिया है। मत्ती दी इंजील अध्याय 4 दे विच इस प्रकार लिखिया होया है, शैतान प्रभु यीशु मसीह नूं परताउण लई आ रहा है। शैतान ये जानदा सी कि प्रभु यीशु मसीह दा लहू जो इस धरती उत्ते बगाउन जा रहा है, जद वो बहाया जाओ ता हर एक इंसान दे पाप इस धरती उत्तों मिटाया जाओ। ता चाहुंदा सी प्रधान जाजक बन के प्रभु यीशु मसीह आके अपना लहू बहा के लोकां नूं ना बचावे। प्रभु दे प्यारियो, शैतान इस प्रकार अपन परता हुंदा है, अपने सके भरावां उत्ते, सके भैणां उत्ते, अपने रिश्तेदारां उत्ते हौली हौली क्रोध नूं, वैर नूं, दुश्मनी नूं अपनी जिंदगी दे विच, अपने मन दे विच पाउंदा है, ताकि आपां उन्हां उत्ते क्रोधवान हो के उन्हां दे खिलाफ कुछ अहो जी काम कर बैठे अते उस पाप दे कारण प्रभु यीशु मसीह आपां नूं
उस न्याय दे विच खड़ा करे। शैतान दी बहुत बड़ी योजना ये है कि सदा इंसान अते इंसान दी आत्मा उस दे वस विच रहे, पर प्रभु चाहुंदा है इंसान मेरे नाल उस स्वर्ग राज दे विच रहे। प्रभु दे प्यारियो, सो आपां क्रोध, गुस्सा, हर प्रकार दी बुरी चीज तो परां रह। सो इस गल उते सदा तुसी ध्यान रखो। प्रभु तुहानू अज दे वचन दे राही बरकत देवे। जय मसीह दी। गॉड ब्लेस यू।